ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਮਨਿੰਦਰ ਆਪਣੇ ਇਸ YouTube ਚੈਨਲ ਦੇ ਉੱਪਰ ਬਹੁਤ-ਬਹੁਤ ਸਵਾਗਤ ਕਰਦਾ ਹਾਂ, ਜਿਸ ਦਾ ਨਾਮ ਹੈ ਪੰਜਾਬ NZ TV। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਇਹ ਇੱਕ ਪਰਸੈਪਸ਼ਨ ਬਣੀ ਹੋਈ ਆ ਕਿ ਇਹ ਕਹਿੰਦੇ ਆ ਕਿ ਇਹ ਜਿਹੜੇ ਸਿਰਫ 올ਡ ਏਜ ਪੀਪਲ ਆ ਉਹਨਾਂ ਨੂੰ ਹੁੰਦੀ ਆ, ਜਾਂ ਬੱਚਿਆਂ ਨੂੰ ਹੁੰਦੀ ਆ ਨਾ। ਇਦਾਂ ਦਾ ਕੁਝ ਨਹੀਂ ਆ। ਯੰਗ ਪੀਪਲ ਜਿਹੜੇ ਆ ਉਹਨਾਂ ਨੂੰ ਵੀ ਇਹ ਕੋਵਿਡ-19 ਦੀ ਪ੍ਰੋਬਲਮ ਬਹੁਤ ਵੱਡੀ ਆ। ਠੀਕ ਹੈ, ਇੱਕ ਇੱਥੇ ਮੈਂ ਡਾਟਾ ਦੇਖਿਆ ਸੀ, ਇਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ USA ਦੇ ਵਿੱਚ 29% ਜਿਹੜੇ ਪੀਪਲ ਆ ਇਸ ਚੀਜ਼ ਦੇ ਨਾਲ ਜਿਹੜੇ ਸਫਰ ਹੋਏ ਆ, ਜਿਨ੍ਹਾਂ ਨੂੰ ਕਿ 29% ਲੋਕ ਜਿਨ੍ਹਾਂ ਨੂੰ ਕੋਵਿਡ-19 ਹੋਇਆ ਆ, ਉਹਨਾਂ ਦੀ ਉਮਰ 29 ਤੋਂ ਲੈ ਕੇ 44 ਸਾਲ ਦੀ ਹੈ। ਠੀਕ ਹੈ, ਤੇ ਇਹਨਾਂ ਵਿੱਚ ਬੱਚੇ ਵੀ ਆ ਤੇ 90% ਜਿਹੜੇ ਆ ਮਾਈਲਡ ਸਿੰਪਟਮਸ ਆ। ਸੋ ਇਹ ਚੀਜ਼ ਆਪਾਂ ਨੂੰ ਸਮਝਣੀ ਚਾਹੀਦੀ। ਆਪਾਂ ਇਹ ਚੀਜ਼ ਕਹਿ ਕੇ ਨਹੀਂ ਘਰੋਂ ਬਾਹਰ ਨਿਕਲ ਸਕਦੇ ਕਿ ਯਾਰ ਚਲੋ ਆਪਾਂ ਤਾਂ ਜਾਵਾਂਗੇ, ਆਪਾਂ ਨੂੰ ਇਹ ਚੀਜ਼ ਨਹੀਂ ਹੋਣੀ। ਨਹੀਂ ਬਈ, ਘਰਾਂ 'ਚ ਬੈਠੋ। ਠੀਕ ਹੈ, ਜਿੰਨਾ ਟਾਈਮ ਗਵਰਨਮੈਂਟ ਕਹਿ ਰਹੀ ਹੈ ਕਿ ਇਹ ਹਾਲੇ ਚੀਜ਼ ਬਿਲਕੁਲ ਕੰਟਰੋਲ 'ਚ ਨਹੀਂ ਆ, ਉਹਨਾਂ ਟਾਈਮ ਹੋ ਸਕਦਾ ਤਾਂ ਘਰਾਂ ਦੇ ਵਿੱਚ ਬੈਠੋ, ਕਿਉਂਕਿ ਇਹ ਕੋਵਿਡ-19 ਹਰ ਇੱਕ ਏਜ ਦੇ ਬੰਦੇ ਨੂੰ ਹੋ ਰਿਹਾ ਆ। ਚਾਹੇ ਤੁਸੀਂ ਬਜ਼ੁਰਗ ਹੋ, ਚਾਹੇ ਤੁਸੀਂ ਜਵਾਨ ਆ, ਚਾਹੇ ਤੁਸੀਂ ਬੱਚੇ ਆ। ਪਰ ਇਹਦੇ ਵਿੱਚ ਇੱਕ ਹੋਰ ਚੀਜ਼ ਆ, ਜਿਹੜੇ ਕਿ 올ਡ ਪੀਪਲ ਆ ਜਾਂ ਜਿਨ੍ਹਾਂ ਨੂੰ ਪਹਿਲਾਂ ਹੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ ਹੈਗੀਆਂ ਆ, ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ, ਪਹਿਲਾਂ ਹੀ ਕਿਸੇ ਬੰਦੇ ਨੂੰ ਕੋਈ ਪ੍ਰੋਬਲਮਸ ਹੈ, ਜਿੱਦਾਂ ਕਿ ਅਸਥਮੇ ਦੀ ਪ੍ਰੋਬਲਮ ਆ, ਠੀਕ ਹੈ, ਜਾਂ ਦਿਲ ਨਾਲ ਰਿਲੇਟਡ ਪ੍ਰੋਬਲਮ ਆ, ਹਾਰਟ ਡਿਸੀਜ਼ਸ, ਕਿਸੇ ਵੀ ਤਰ੍ਹਾਂ ਦੀ ਡਾਇਬਟੀਜ਼ ਆ, ਉਹਨਾਂ ਨੂੰ ਕੋਵਿਡ-19 ਹੋਣ ਦੇ ਚਾਂਸਸ ਜ਼ਿਆਦਾ ਆ। ਸੋ ਉਹਨਾਂ ਲੋਕਾਂ ਨੂੰ ਤਾਂ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ। ਧਿਆਨ ਸਭ ਨੂੰ ਰੱਖਣਾ ਚਾਹੀਦਾ, ਪਰ ਉਹਨਾਂ ਲੋਕਾਂ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਆ। ਨੈਕਸਟ ਆਪਾਂ ਗੱਲ ਕਰਦੇ ਹਾਂ ਕੁਝ ਫ੍ਰੀਕੁਐਂਟਲੀ ਆਸਕਡ ਕੁਐਸਚਨ, ਕੁਝ ਨਾਰਮਲ ਕੁਐਸਚਨ ਜਿਹੜੇ ਹਰ ਇੱਕ ਦੇ ਮਾਈਂਡ ਦੇ ਵਿੱਚ ਆਉਂਦੇ ਆ, ਪਰ ਉਹਨਾਂ ਦਾ ਆਪਣੇ ਕੋਲ ਪ੍ਰੋਪਰ ਆਨਸਰ ਨਹੀਂ ਆ, ਕਿਉਂਕਿ ਆਪਾਂ ਅਲੱਗ-ਅਲੱਗ ਵੈਬਸਾਈਟਸ ਨੂੰ ਫੋਲੋ ਕਰਦੇ ਆ ਜਾਂ ਨਿਊਜ਼ ਚੈਨਲ ਤਾਂ ਦੇਖਦੇ ਆ, ਉਹਨਾਂ ਦੀਆਂ ਆਪਣੀਆਂ ਬਹੁਤ ਸਾਰੀਆਂ ਕਹਾਣੀਆਂ ਆ। ਠੀਕ ਹੈ, ਇਹਦੇ ਵਿੱਚ ਮੇਰਾ ਪਹਿਲਾ ਕੁਐਸਚਨ ਜਿਹੜਾ ਆ ਕਿ ਇਹਦੀ ਐਂਟੀਡੋਜ਼, ਇਹਦੀ ਕੋਈ ਮੈਡੀਸਨ ਬਣ ਚੁੱਕੀ ਆ? ਹਾਲੇ ਸਿੰਪਲੀ ਆਨਸਰ ਆ ਕਿ ਨਹੀਂ, ਇਹਦੀ ਕੋਈ ਵੀ ਮੈਡੀਸਨ ਹਜੇ ਤੱਕ ਨਹੀਂ ਬਣੀ ਹੋਈ। ਠੀਕ ਹੈ, ਉਹਨਾਂ ਨੇ ਇਹ ਚੀਜ਼ ਲਿਖੀ ਹੋਈ ਹੈ WHO ਦੀ ਵੈਬਸਾਈਟ ਦੇ ਉੱਪਰ ਕਿ ਇਸ ਚੀਜ਼ ਦੇ ਉੱਪਰ ਕੰਮ ਚੱਲ ਰਿਹਾ ਆ, ਤੇ ਕੁਝ ਡਰੱਗਸ ਵਗੈਰਾ ਉਹਨਾਂ ਨੇ ਰੈਡੀ ਕੀਤੀਆਂ ਆ ਜਿਨ੍ਹਾਂ ਦੇ ਉੱਪਰ ਉਹ ਐਕਸਪੈਰੀਮੈਂਟ ਕਰ ਰਹੇ ਆ। ਠੀਕ ਹੈ, ਪਰ ਹਜੇ ਤੱਕ ਇਹ ਪ੍ਰੂਫ ਨਹੀਂ ਹੋਇਆ ਕਿ ਉਹ ਪ੍ਰੋਪਰ ਕੰਮ ਕਰ ਰਹੀਆਂ ਆ। ਠੀਕ ਹੈ ਜੀ, ਇਸ ਲਈ ਇਹਦੀ ਦਵਾਈ ਨਹੀਂ ਬਣੀ ਹੋਈ। ਦੂਸਰਾ ਆਪਣਾ ਕੁਐਸਚਨ ਆਉਂਦਾ ਆ, ਸਾਰਸ ਬਿਮਾਰੀ ਚੱਲੀ ਸੀ, ਠੀਕ ਹੈ, 2003 ਦੇ ਵਿੱਚ ਇਹ ਚੱਲੀ ਸੀਗੀ, ਤੇ ਲੋਕ ਮੰਨਦੇ ਆ ਕਿ ਜਿਹੜਾ ਕੋਵਿਡ-19 ਆ ਇਹ ਵੀ ਸੇਮ ਲਾਈਕ ਸਾਰਸ ਆ। ਸਾਰਸ ਜਿਹੜੀ ਬਿਮਾਰੀ ਚੱਲੀ ਸੀ ਉਹਦੇ ਵਾਂਗੂ ਆ। ਸਾਰਸ ਤੇ ਕੋਵਿਡ-19 ਦੋਵੇਂ ਹੀ ਕਰੋਨਾ ਵਾਇਰਸ ਦੀ ਫੈਮਿਲੀ ਦੇ ਵਿੱਚੋਂ ਆ, ਪਰ ਕੋਵਿਡ-19 ਨੂੰ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ, ਕਿਉਂਕਿ ਇੱਕ ਤਾਂ ਈਜ਼ੀ ਬਹੁਤ ਜਲਦੀ ਇਹ ਇੱਕ ਬੰਦੇ ਤੋਂ ਦੂਸਰੇ ਬੰਦੇ ਦੇ ਵਿੱਚ ਟਰਾਂਸਮਿਸ਼ਨ ਹੁੰਦੀ ਆ। ਠੀਕ ਹੈ, ਇਹਦੀ ਦਵਾਈ ਕੋਈ ਨਹੀਂ ਆ। ਸੋ ਕੋਵਿਡ-19 ਨੂੰ ਸਾਰਸ ਨਾਲੋਂ ਜ਼ਿਆਦਾ ਮੰਨਿਆ ਜਾ ਰਿਹਾ ਆ, ਪਰ ਇਹਨਾਂ ਦੀ ਜਿਹੜੀ ਫੈਮਿਲੀ ਆ ਉਹ ਸੇਮ ਆ, ਹੈਗੇ ਕਰੋਨਾ ਵਾਇਰਸ ਹੀ ਆ ਦੋਵੇਂ। ਫਿਰ ਐਂਟੀਬਾਇਓਟਿਕਸ ਇਫੈਕਟਿਵ। ਹੁਣ ਇੱਕ ਹੋਰ ਆਪਣੇ ਚੀਜ਼ ਚੱਲਦੀ ਪਈ ਸੀ, ਮੈਂ ਇੰਡੀਆ ਦੇ ਵਿੱਚ ਆਪਣੇ ਖਾਸ ਕਰਕੇ ਫੈਮਿਲੀ ਦੇ ਵਿੱਚ ਵੀ ਮੈਂ ਦੇਖਿਆ ਤੇ ਪੰਜਾਬ ਦੇ ਵਿੱਚ ਵੀ ਦੇਖਿਆ ਕਿ ਲੋਕਾਂ ਨੇ ਕੁਝ ਮੈਡੀਸਨ ਖਾਣੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਐਂਟੀਬਾਇਓਟਿਕ ਆ ਨਾ, ਤੇ ਉਹ ਫਾਇਦੇਮੰਦ ਹੈਗੀ ਆ। ਜੇ ਤੁਹਾਨੂੰ ਕੋਈ ਲੱਛਣ ਨਹੀਂ ਵੀ ਦਿਖਦੇ ਤਾਂ ਵੀ ਉਹ ਐਂਟੀਬਾਇਓਟਿਕ ਜਿਹੜੀ ਤੁਸੀਂ ਲੈ ਰਹੇ ਆ ਉਹਦਾ ਕੋਈ ਫਾਇਦਾ ਹੈਗਾ ਆ, ਤੇ ਉਹਦਾ ਸਿੰਪਲੀ ਆਨਸਰ ਜਿਹੜਾ ਕਿ WHO ਵੈਬਸਾਈਟ ਤੇ ਦਿੱਤਾ ਹੋਇਆ ਆ ਉਹ ਹੈ ਨਹੀਂ। ਐਂਟੀਬਾਇਓਟਿਕ, ਕਿਸੇ ਵੀ ਤਰ੍ਹਾਂ ਦੀ ਐਂਟੀਬਾਇਓਟਿਕ ਜੇ ਤੁਸੀਂ ਲੈ ਰਹੇ ਆ ਉਹਦਾ ਕੋਈ ਵੀ ਫਾਇਦਾ ਨਹੀਂ ਹੈ, ਉਲਟਾ ਤੁਹਾਨੂੰ ਨੁਕਸਾਨ ਹੋਏਗਾ। ਠੀਕ ਹੈ ਜੀ, ਉਹਦਾ ਕਾਰਨ ਇਹ ਆ ਕਿ ਜਿਹੜੀ ਐਂਟੀਬਾਇਓਟਿਕ ਆ ਜਿਹੜੀ ਬੈਕਟੀਰੀਅਲ ਇਨਫੈਕਸ਼ਨਸ ਹੁੰਦੀਆਂ ਉਹਨਾਂ ਦੇ ਲਈ ਕੰਮ ਕਰਦਾ ਆ, ਪਰ ਜਿਹੜਾ ਕੋਵਿਡ-19 ਆ ਉਹ ਹੋ ਰਿਹਾ ਆ ਵਾਇਰਸ ਕਰਕੇ। ਸੋ ਇਹ ਕੋਈ ਵੀ ਐਂਟੀਬਾਇਓਟਿਕ ਜੇ ਤੁਸੀਂ ਲੈ ਰਹੇ ਹੋ ਭਾਈ ਉਹ ਬੰਦ ਕਰ ਦਿਓ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ। ਨੈਕਸਟ, ਮਾਸਕ। ਲੋਕ ਕਹਿੰਦੇ ਆ ਕਿ ਮਾਸਕ ਪਾਓ, ਹਨਾ, ਇਹਦਾ ਕੋਈ ਫਾਇਦਾ ਹੈਗਾ ਕਿ ਨਹੀਂ? ਮਾਸਕ ਦਾ ਦੇਖੋ, ਸਿੰਪਲੀ ਉਹਨਾਂ ਨੇ ਇਹੀ ਲਿਖਿਆ ਹੋਇਆ ਹੈ ਕਿ ਤੁਹਾਨੂੰ ਮਾਸਕ ਤਾਂ ਪਾਉਣਾ ਚਾਹੀਦਾ ਹੈ ਜੇ ਤੁਹਾਨੂੰ ਉਹਦੇ ਲੱਛਣ ਤੁਹਾਡੇ ਵਿੱਚ ਦਿਸਦੇ ਆ, ਜਾਂ ਤੁਸੀਂ ਕਿਸੇ ਐਸੇ ਇਨਸਾਨ ਨੂੰ ਮਿਲਣ ਜਾ ਰਹੇ ਹੋ ਜਿਹਦੇ ਵਿੱਚ ਕਿ ਕਰੋਨਾ ਵਾਇਰਸ ਜਾਂ ਕੋਵਿਡ-19 ਦੇ ਲੱਛਣ ਆ, ਤਾਂ ਤੁਸੀਂ ਮਾਸਕ ਪਾ ਲਓ। ਅਦਰਵਾਈਜ਼ ਬਿਨਾਂ ਮਤਲਬ ਦੇ ਮਾਸਕ ਪਾਉਣ ਦਾ ਕੋਈ ਫਾਇਦਾ ਨਹੀਂ ਹੋ, ਸਮਾਂ ਕਿ ਤੁਹਾਡੇ ਬਿਮਾਰ ਹੋਣ ਦੇ ਚਾਂਸਸ ਵੱਧ ਹੁੰਦੇ ਆ, ਕਿਉਂਕਿ ਇੱਕ ਹੀ ਮਾਸਕ ਆਪਾਂ 2-2 4-4 ਘੰਟੇ ਪਾਈ ਰੱਖਦੇ ਆ, ਉਹਦੇ ਵਿੱਚ ਬੈਕਟੀਰੀਆ ਜ਼ਿਆਦਾ ਜਮ੍ਹਾਂ ਹੋਣ ਦੇ ਚਾਂਸ ਹੁੰਦੇ ਆ। ਵੈਸੇ ਵੀ ਉਹ ਵੈਟ ਹੋ ਜਾਂਦਾ, ਗਿੱਲਾ ਹੋ ਜਾਂਦਾ, ਤੁਹਾਨੂੰ ਕਿਸੇ ਤਰ੍ਹਾਂ ਦੀ ਹੋਰ ਪ੍ਰੋਬਲਮ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਆ। ਸੋ WHO ਨੇ ਇਹੀ ਕਿਹਾ ਹੋਇਆ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੇ ਕੋਈ ਲੱਛਣ, ਕੋਈ ਸਿੰਪਟਮਸ ਨਹੀਂ ਹੈਗੇ, ਜਾਂ ਤੁਸੀਂ ਕਿਸੇ ਇੱਦਾਂ ਦੇ ਬੰਦੇ ਨੂੰ ਜਿਹਨੂੰ ਕਿ ਕੋਵਿਡ-19 ਦੇ ਲੱਛਣ ਆ ਉਹਦੇ ਸੰਪਰਕ 'ਚ ਨਹੀਂ ਆ ਰਹੇ, ਤਾਂ ਮਾਸਕ ਨਾ ਪਾਵੋ। ਕਿਉਂਕਿ ਉਹਨਾਂ ਨੇ ਇਹ ਵੀ ਨਾਲ ਮੈਂਸ਼ਨ ਕੀਤਾ ਹੋਇਆ ਕਿ ਮਾਸਕ ਦੀ ਪੂਰੇ ਵਰਲਡ ਦੇ ਵਿੱਚ ਸ਼ਾਰਟੇਜ ਚੱਲ ਰਹੀ ਆ। ਮਾਸਕ ਦੀ ਲੋੜ ਜਿਹੜੀ ਡਾਕਟਰਾਂ ਨੂੰ ਆ, ਜਾਂ ਪੁਲਿਸ ਵਾਲੇ ਆ, ਜਾਂ ਹੋਰ ਕਰਮਚਾਰੀ ਜਿਹੜੇ ਕਿ ਰੋਡਾਂ ਦੇ ਉੱਪਰ ਐਸੈਂਸ਼ੀਅਲ ਵਰਕਰ ਆ ਜਿਹੜੇ ਕੰਮ ਕਰ ਰਹੇ ਆ, ਉਹਨਾਂ ਨੂੰ ਮਾਸਕ ਦੀ ਜ਼ਰੂਰਤ ਆ। ਉਹਨਾਂ ਜਦੋਂ
ਬੇਲੋੜੇ ਇਸ ਚੀਜ਼ ਨੂੰ ਆਪਾਂ ਯੂਜ਼ ਕਰ ਰਹੇ ਆ ਤੇ ਇਹਦੀ ਪੂਰੀ ਦੁਨੀਆ ਦੇ ਵਿੱਚ ਘਾਟ ਆਈ ਹੋਈ ਆ। ਠੀਕ ਹੈ, ਮਾਸਕ ਪੂਰੇ ਮਿਲ ਨਹੀਂ ਰਹੇ, ਉਸ ਕਰਕੇ ਜਿਹੜੇ ਲੋਕ ਜਿਨ੍ਹਾਂ ਨੂੰ ਜ਼ਰੂਰੀ ਆ ਉਹਨਾਂ ਤੱਕ ਵੀ ਪ੍ਰੋਪਰ ਪ੍ਰੋਵਾਈਡ ਨਹੀਂ ਕੀਤੇ ਜਾ ਰਹੇ। ਸੋ ਉਹਨਾਂ ਨੇ ਇਹੀ ਕਿਹਾ ਹੋਇਆ ਕਿ ਲੋਕਾਂ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ ਤੇ ਮਾਸਕ ਐਵੇਂ ਬਿਨਾਂ ਮਤਲਬ ਦੇ ਨਾ ਯੂਜ਼ ਕਰਨ। ਠੀਕ ਹੈ, ਉਹਨਾਂ ਨੇ ਸਿਰਫ ਇਹ ਨਾਲ ਇਹ ਜ਼ਰੂਰ ਮੈਂਸ਼ਨ ਕੀਤਾ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਾਸਕ ਦੀ ਜ਼ਰੂਰਤ ਨਹੀਂ ਹੈਗੀ। ਬਸ ਕੁਛ ਉਹਨਾਂ ਨੇ ਟਿਪ ਦਿੱਤੇ ਆ ਕਿ ਆਪਣੇ ਹੱਥ ਜਿਹੜੇ ਇਹਨੂੰ ਰੈਗੂਲਰ ਸਾਫ਼ ਕਰਦੇ ਰਹੋ। ਠੀਕ ਹੈ, ਜਿਹੜੇ ਹੱਥ ਧੋਣੇ ਆ 20 ਸੈਕਿੰਡਸ ਦਾ ਦਿੱਤਾ ਹੋਇਆ ਟਾਈਮ, ਉਹ ਆਪਾਂ ਸਾਰਿਆਂ ਨੂੰ ਪਤਾ ਹੋਇਆ, ਆਪਾਂ ਪੜ੍ਹਿਆ ਹੋਇਆ 20 ਸੈਕਿੰਡਸ ਦਾ ਟਾਈਮ ਦਿੱਤਾ ਹੋਇਆ, ਤਾਂ ਹੱਥ ਨੂੰ ਪ੍ਰੋਪਰ ਧੋਣਾ ਆ ਸਾਹਮਣੇ ਰੱਖੇ ਆ 20 ਸੈਕਿੰਡ ਤੱਕ ਇਹਨਾਂ ਨੂੰ ਮਲੋ। ਠੀਕ ਹੈ, ਉੱਪਰ ਥੱਲੇ ਕਰੋ, ਆਹ ਚੀਜ਼ਾਂ ਤੋਂ ਇੱਥੋਂ ਮਲੋ, ਆਹ ਮਲੋ। ਠੀਕ ਹੈ, ਆਹ ਆਪਣੇ ਵਿੱਚ ਆ ਇਹਨੂੰ ਸਾਫ਼ ਕਰੋ। ਠੀਕ ਹੈ ਜੀ, ਆਹ ਚੀਜ਼ ਆ ਜਿਹੜੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ, ਆਹ ਟਿਪਸ ਆ ਜਿਹੜੇ ਇਦਾਂ ਸਾਫ਼ ਕਰਕੇ ਇਹਨੂੰ 20-25 ਸੈਕਿੰਡ ਦੇ ਵਿੱਚ ਪ੍ਰੋਪਰ ਆਪਣੇ ਹੱਥ ਸਾਫ਼ ਕਰਦੇ ਰਹੋ ਜਲਦੀ ਜਲਦੀ, ਜਿੱਦਾਂ ਕਿ ਮੰਨ ਲਓ ਅੱਧੇ ਘੰਟੇ ਬਾਅਦ, ਹੈ ਨਾ। ਤੇ ਜਿੰਨਾ ਫ੍ਰੀਕੁਐਂਟਲੀ ਤੁਸੀਂ ਕਰ ਸਕਦੇ ਆ। ਫਿਰ ਉਸ ਤੋਂ ਬਾਅਦ ਜੇ ਆਪਾਂ ਨੂੰ ਕੋਈ ਖੰਘ ਆਉਂਦੀ ਆ, ਛਿੱਕ ਆਉਂਦੀ ਆ, ਤੇ ਆਪਾਂ ਹੱਥਾਂ ਦਾ ਯੂਜ਼ ਨਾ ਕਰੀਏ। ਠੀਕ ਹੈ, ਕੋਈ ਕੱਪੜੇ ਦਾ ਵੀ ਨਾ ਯੂਜ਼ ਕਰੀਏ। ਆਪਾਂ ਨੂੰ ਸਿੰਪਲ ਚਾਹੀਦਾ ਕਿ ਜਿੱਦਾਂ ਕੂਹਣੀ ਰੱਖ ਲਈ, ਆਹ ਚੀਜ਼ ਕਰਕੇ ਤੇ ਇਦਾਂ ਆਪਾਂ ਛਿੱਕ ਮਾਰੀਏ। ਐਲਬੋ ਯੂਜ਼ ਕਰਨੀ ਆ, ਕੂਹਣੀ ਯੂਜ਼ ਕਰਨੀ ਆ। ਠੀਕ ਹੈ, ਤੇ ਇੱਕ ਡਿਸਟੈਂਸ ਬਣਾ ਕੇ ਰੱਖਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਟਾਈਮ। ਤੁਸੀਂ ਕਿਤੇ ਵੀ ਗਰੋਸਰੀ ਲੈਣ ਜਾਂਦੇ ਆ ਜਾਂ ਕੁਝ ਵੀ ਕਰਨ ਜਾਂਦੇ ਆ ਤਾਂ ਲੋਕਾਂ ਤੋਂ ਡਿਸਟੈਂਸ ਬਣਾ ਕੇ ਰੱਖੋ 3 ਮੀਟਰ ਦਾ, ਕਿਉਂਕਿ 2 ਮੀਟਰ ਦਾ ਸਾਰੇ ਕਹਿ ਰਹੇ ਆ, ਪਰ WHO ਇਹਨਾਂ ਨੇ ਰეკਮੈਂਡ ਕੀਤਾ ਹੈ ਕਿ 3 ਮੀਟਰ ਦਾ ਡਿਸਟੈਂਸ ਰੱਖੋ। ਫਿਰ ਹੈਗਾ ਕਿ ਹਾਊ ਟੂ ਯੂਜ਼ ਮਾਸਕ। ਮਾਸਕ ਜੇ ਕਿਸੇ ਇਨਸਾਨ ਨੂੰ ਯੂਜ਼ ਕਰਨ ਦੀ ਜ਼ਰੂਰਤ ਪੈ ਰਹੀ ਹੈ ਤੇ ਉਹ ਆਪਾਂ ਕਿੱਦਾਂ ਯੂਜ਼ ਕਰਨਾ ਆ। ਪਹਿਲਾਂ ਤਾਂ ਆਪਣੇ ਹੱਥ ਸਾਫ਼ ਕਰੋ, ਮਾਸਕ ਨੂੰ ਚੱਕਣ ਤੋਂ ਪਹਿਲਾਂ ਹੱਥ ਪ੍ਰੋਪਰ ਸਾਫ਼ ਕਰੋ। ਫਿਰ ਮਾਸਕ ਨੂੰ ਥੱਲਿਓਂ ਇਸ ਹਿਸਾਬ ਨਾਲ ਉਹਨੂੰ ਰੱਖੋ ਕਿ ਆਪਣਾ ਜਿਹੜਾ ਨੱਕ, ਮੂੰਹ ਤੇ ਥੱਲੇ ਤੱਕ ਕਵਰ ਹੋਵੇ, ਨਾ ਕਿ ਇੱਥੇ ਅੱਖਾਂ ਦੇ ਤੱਕ ਹੀ ਚੜਾ ਦੇਣਾ ਉਹਨੂੰ, ਆਹ ਚੀਜ਼ ਕਵਰ ਹੋਵੇ। ਠੀਕ ਹੈ, ਫਿਰ ਹੈਗਾ ਆ ਕਈ ਮਾਸਕ ਆ ਉਹਨਾਂ ਦੇ ਉੱਪਰ ਨਾ ਮੈਟਲ ਲੱਗਾ ਹੁੰਦਾ ਆ, ਮੈਟਲ ਦੀ ਇੱਕ ਸਟ੍ਰਿਪ ਲੱਗੀ ਹੁੰਦੀ ਆ, ਉਹਨੂੰ ਪਿੰਚ ਕਰ ਦਿਓ, ਉਹ ਇੱਥੋਂ ਬੰਦ ਹੋਣੀ ਚਾਹੀਦੀ ਹੈ ਪ੍ਰੋਪਰ। ਤੇ ਜਦੋਂ ਇਹਨੂੰ ਰਿਮੂਵ ਕਰਨਾ, ਰਿਮੂਵ ਇਹਨੂੰ ਕੇਅਰਫੁਲੀ ਕਰੋ, ਉਸੇ ਵੇਲੇ ਕਰਕੇ ਇਹਨੂੰ ਪੈਕ ਕਰਕੇ ਕਿਸੇ ਲਿਫਾਫੇ 'ਚ ਜਾਂ ਜਿੱਦਾਂ ਵੀ, ਤੇ ਇਹਨੂੰ ਕਲੋਜ਼ ਜਿਹੜਾ ਡਸਟਬਿਨ ਆ ਉਹਦੇ ਵਿੱਚ ਪਾ ਦਿਓ। ਠੀਕ ਹੈ, ਕਿਸੇ ਦੇ ਸੰਪਰਕ ਵਿੱਚ ਨਾ ਆਵੇ ਜਿਹੜਾ ਤੁਹਾਡਾ ਯੂਜ਼ ਕੀਤਾ ਹੋਇਆ ਮਾਸਕ ਹੈ। ਨੈਕਸਟ ਕੁਐਸਚਨ ਆਉਂਦਾ ਆ ਕਿ ਕੋਈ ਵੀ ਜਿਹੜਾ ਹਿਊਮਨ ਜਿਹੜਾ ਆ, ਕੋਈ ਵੀ ਇਨਸਾਨ ਆ, ਉਹ ਜਾਨਵਰਾਂ ਤੋਂ ਇਨਫੈਕਟ ਹੋ ਸਕਦਾ ਆ, ਜਾਨਵਰਾਂ ਤੋਂ ਉਹਨਾਂ ਨੂੰ COVID-19 ਹੋ ਸਕਦਾ ਆ। ਇੱਥੇ ਉਹਨਾਂ ਨੇ ਆਨਸਰ ਇਹ ਪ੍ਰੋਪਰ ਦਿੱਤਾ ਹੋਇਆ ਕਿ